ਜੈਨ ਸ਼੍ਰੀ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਸ ਤਰ੍ਹਾਂ ਮੈਂ ਲੋਕਾਂ ਨੂੰ ਕਹਿੰਦਾ ਸੀਗਾ, ਸਿਸਟਰ ਬ੍ਰਦਰ ਨੂੰ, ਕਿ ਤੁਸੀਂ ਮੇਰੇ ਲਈ ਪ੍ਰਾਰਥਨਾ ਕਰਨਾ, ਔਰ ਜੋ ਤੁਹਾਨੂੰ ਸੁਪਨਾ ਜਾਂ ਦਰਸ਼ਨ ਆਵੇ ਮੈਨੂੰ ਜ਼ਰੂਰ ਦੱਸਣਾ। ਔਰ ਜੋ ਉਹਨਾਂ ਨੂੰ ਸੁਪਨੇ ਜਾਂ ਦਰਸ਼ਨ ਆਉਂਦੇ ਸੀਗੇ ਮੈਨੂੰ ਜ਼ਰੂਰ ਦੱਸਦੇ ਸੀਗੇ। ਉਹਦੀ ਰਿਕਾਰਡਿੰਗ ਮੇਰੇ ਕੋਲ ਪਈ ਹੈ WhatsApp ਦੇ ਉੱਪਰ, ਔਰ ਮੈਂ ਤੁਹਾਨੂੰ ਜ਼ਰੂਰ ਸੁਣਾਊਂਗਾ। ਔਰ ਕਿਸ ਤਰ੍ਹਾਂ ਮੈਂ ਫ਼ੋਨ ਦੇ ਉੱਪਰ ਹੀ ਬਿਮਾਰਾਂ 'ਤੇ ਪ੍ਰਾਰਥਨਾ ਕਰਦਾ ਸੀਗਾ ਅਤੇ ਬਿਮਾਰ ਚੰਗੇ ਹੁੰਦੇ ਸੀਗੇ। ਅਤੇ ਬਹੁਤ ਸਾਰੇ ਲੋਕ ਆਪਣੇ ਰਿਪੋਰਟਾਂ ਭੇਜਦੇ ਸੀਗੇ, ਔਰ ਬਹੁਤ ਸਾਰੇ ਲੋਕ ਕੀ ਕਰਦੇ ਹੁੰਦੇ ਸੀਗੇ, ਆਪਣੇ ਰਿਕਾਰਡਿੰਗਾਂ ਭੇਜਦੇ ਸੀਗੇ, ਟੈਸਟਮਨੀ ਦਿੰਦੇ ਸੀਗੇ ਕਿ ਜਿਸ ਤਰ੍ਹਾਂ ਪਰਮੇਸ਼ਰ ਨੇ ਉਹਨਾਂ ਨੂੰ ਛੁਡਾਇਆ ਵਾ ਕਿਸ ਗੰਦੇ ਪ੍ਰਭਾਵ ਤੋਂ, ਗੰਦੇ ਵਿਚਾਰ ਤੋਂ, ਔਰ ਕਿਸ ਤਰ੍ਹਾਂ ਉਸ ਬਿਮਾਰੀ ਤੋਂ ਛੁਡਾਇਆ ਵਾ। ਉਹ ਸਾਰੀਆਂ ਮੇਰੇ ਕੋਲ ਰਿਕਾਰਡਿੰਗਾਂ, ਔਰ ਸਾਰੇ ਮੇਰੇ ਕੋਲ ਜੋ ਉਹਨਾਂ ਨੂੰ ਡਰੀਮਸ ਜਾਂ ਵਿਜ਼ਨ ਆਉਂਦੇ ਸੀ ਕਿ ਮੇਰੇ ਬਾਰੇ ਕਿਸ ਤਰ੍ਹਾਂ ਦੀ ਚਰਚ ਹੋਵੇਗੀ ਔਰ ਕਿਸ ਤਰ੍ਹਾਂ ਪਰਮੇਸ਼ਰ ਕੰਮ ਕਰੇਗਾ, ਉਹ ਸਾਰਾ ਕੁਝ ਉਹ ਦੱਸ ਰਿਹਾ। ਔਰ ਕਿਸ ਤਰ੍ਹਾਂ ਮੈਂ ਫ਼ੋਨ ਦੇ ਉੱਪਰ ਹੀ ਲੋਕਾਂ ਦੀ ਭਵਿੱਖਬਾਣੀ ਕਰਦਾ ਸੀਗਾ, ਉਹ ਪੂਰੀ ਹੁੰਦੀ ਸੀਗੀ ਪ੍ਰਭੂ ਯੀਸ਼ੂ ਦੇ ਨਾਮ 'ਚ। ਤੁਹਾਨੂੰ ਮੈਂ ਦੱਸਦਾ, ਸਾਰੇ ਦੇਖਣਾ ਜੈਨ ਸਿੰਘ। ਜੈਮਸੀ ਕੀ ਪ੍ਰੋਫਿਟ ਜੀ, ਮੈਂ ਤੁਹਾਨੂੰ ਦੱਸਣਾ ਸੀ ਕਿ ਮੈਨੂੰ ਵਿਜ਼ਨ ਆਇਆ ਸੀ ਇੱਕ। ਵਿਜ਼ਨ ਦੇ ਵਿੱਚ ਤੁਹਾਡੇ ਬਹੁਤ ਵੱਡੀ ਚਰਚ ਹੈ ਅਤੇ ਚਰਚ ਦੇ ਵਿੱਚ ਬਹੁਤ ਹੀ ਵੱਡੇ ਵੱਡੇ ਚਮਤਕਾਰ ਹੋ ਰਹੇ ਹੈ, ਹੈ ਨਾ। ਅਤੇ ਉਹਦੇ ਵਿੱਚ ਇਹ ਵਿਜ਼ਨ ਆਇਆ ਕਿ ਮਤਲਬ ਤੁਸੀਂ ਨਾ ਮਸਾ ਕਰਦੇ ਪਏ ਹੋ ਵਲੰਟੀਅਰਸ ਦਾ ਲੀ ਹੈਂਡ ਕਰਕੇ, ਅਤੇ ਤੁਸੀਂ ਬਿਮਾਰਾਂ 'ਤੇ ਵੀ ਹੱਥ ਰੱਖਦੇ ਪਏ ਹੋ ਅਤੇ ਬਿਮਾਰ ਵੀ ਚੰਗੇ ਹੁੰਦੇ ਪਏ ਹੈ। ਫਿਰ ਇੱਕ ਤੁਸੀਂ ਪ੍ਰੋਫੈਸੀ ਕਰਦੇ ਹੋ, ਇੱਕ ਸ਼ਹਿਰ ਹੁੰਦਾ ਹੈ, M 'ਤੇ ਨਾਮ ਹੁੰਦਾ ਉਹਦਾ, ਅਤੇ ਤੁਸੀਂ ਪ੍ਰੋਫੈਸੀ ਕਰਦੇ ਹੋ ਕਿ ਪ੍ਰਭੂ ਉੱਥੇ ਵੱਡੇ ਵੱਡੇ ਕੰਮ ਕਰੇਗਾ। ਸਾਰਿਆਂ ਨੂੰ ਜੈ ਮਸੀਹ ਕੀ, ਪ੍ਰੋਫਿਟ ਜੀ ਨੂੰ ਜੈ ਮਸੀਹ ਕੀ। ਮੇਰਾ ਨਾਮ ਹਰਦੀਪ ਆ ਅਤੇ ਮੈਂ ਆਪਣੀ ਗਵਾਹੀ ਦੇਣੀ ਸੀ। ਅਤੇ ਥੋੜ੍ਹੇ ਦਿਨ ਪਹਿਲਾਂ ਪ੍ਰੋਫਿਟ ਜੀ ਨੇ ਮੇਰੇ ਲਈ ਪ੍ਰੋਫੈਸੀ ਕੀਤੀ ਸੀਗੀ। ਥੋੜ੍ਹੇ ਦਿਨ ਪਹਿਲਾਂ ਗੱਲ ਹੋਈ ਸੀਗੀ ਉਹਨਾਂ ਨਾਲ, ਅਤੇ ਉਹਨਾਂ ਨੇ ਮੈਨੂੰ ਕਿਹਾ ਸੀਗੀ ਕਿ ਪ੍ਰਭੂ ਤੈਨੂੰ ਨਾ ਇੱਕ ਗੱਡੀ ਦੇਣ ਜਾ ਰਿਹਾ ਹੈ ਨਾ। ਅਤੇ ਉਹ ਨਾ ਪ੍ਰੋਫਿਟ ਦੀ ਪ੍ਰੋਫੈਸੀ ਪੂਰੀ ਹੋਈ ਹੈ ਨਾ। ਅਤੇ ਰਾਤੀ ਅਸੀਂ ਨਾ ਨਵੀਂ ਗੱਡੀ ਲੈ ਕੇ ਆਏ, ਮੇਰੇ ਹਸਬੈਂਡ। ਸਾਨੂੰ ਤਾਂ ਹੈ ਹੀ ਨਹੀਂ ਸੀਗਾ ਵੀ ਇੱਦਾਂ ਅਸੀਂ ਕੋਈ ਨਵੀਂ ਪੁਰਾਣੀ ਗੱਡੀ ਸੋਚ ਰਹੇ ਸੀਗੇ ਵੀ ਪੁਰਾਣੀ ਕੋਈ ਲੈ ਲੈਂਦੇ ਹਾਂ, ਪਰ ਇੱਕਦਮ ਕਿੱਦਾਂ ਸਲਾਹ ਬਣ ਗਈ, ਪਤਾ ਨਹੀਂ ਕੀ ਹੋਇਆ। ਅਤੇ ਮੈਨੂੰ ਉਦੋਂ ਪਤਾ ਲੱਗਿਆ ਜਦੋਂ ਬਾਹਰ ਉਹਨਾਂ ਨੇ ਨਵੀਂ ਗੱਡੀ ਲਿਆ ਕੇ ਖੜ੍ਹਾ ਦਿੱਤੀ, ਕਹਿੰਦੇ ਨਵੀਂ ਗੱਡੀ। ਮੈਂ ਤਾਂ ਹੈਰਾਨ ਹੀ ਹੋ ਗਈ। ਪ੍ਰੋਫਿਟ ਜੀ ਦਾ ਧੰਨਵਾਦ ਕਰਦੇ ਇਸ ਗਵਾਹੀ ਲਈ, ਹੈ ਨਾ। ਅਤੇ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਦਾ ਧੰਨਵਾਦ ਕਰਦੇ ਵੀ ਕਿ ਪਰਮੇਸ਼ਰ ਨੇ ਸਾਨੂੰ ਇੱਕ ਨਵੀਂ ਗੱਡੀ ਨਾਲ ਬਲੈਸ ਕੀਤਾ। ਧੰਨਵਾਦ, ਥੈਂਕ ਯੂ ਜੀਸਸ। पास्टर जी जय मसीह की, सारी कलीसिया को जय मसीह की। मैं प्रभु यीशु मसीह की गवाही देना चाहती हूँ। मैं निशु जिंदल धूरी से बोल रही हूँ। मैंने प्रॉफिट जी से, पास्टर जी से अपनी प्रेयर करवाई थी गवर्नमेंट जॉब के लिए, जो मुझे प्रभु जी ने आशीष दे दी है और मेरे को गवर्नमेंट जॉब भी मिल गई है। गवर्नमेंट जॉब में मेरे को प्रॉब्लम आ रही थी कि मेरे पास एक सर्टिफिकेट नहीं था AWS कैटेगरी का, मतलब मेरे पास नया सर्टिफिकेट था, पुराना नहीं था, वो पुराना मांग रहे थे। तो मैंने ब्रदर से प्रेयर करवाई कि मेरे पास वो डॉक्यूमेंट नहीं है, मेरे उसके बिना जॉब लग जाए। तो प्रॉफिट जी ने और पास्टर जी ने प्रेयर की और प्रभु यीशु मसीह ने भी कृपा की और मेरी गवर्नमेंट जॉब लग चुकी है। आमीन आमीन आमीन। धन्यवाद प्रभु यीशु। ਜੈਮਸੀ ਕੀ ਪ੍ਰੋਫਿਟ ਜੀ, ਜੈਮਸੀ ਕੀ ਬ੍ਰਦਰਸ ਐਂਡ ਸਿਸਟਰਸ। ਪ੍ਰੋਫਿਟ ਜੀ, ਮੈਂ ਤੁਹਾਨੂੰ ਆਪਣੀ ਮਾਸੀ ਨਾਲ ਦੀ ਬਹੁਤ ਵੱਡੀ ਟੈਸਟਮਨੀ ਦੱਸਣਾ ਚਾਹੁੰਦੀ ਹਾਂ। ਕੱਲ੍ਹ ਹੀ ਉਹਨਾਂ ਨੇ ਮੇਰੇ ਨਾਲ ਆਪਣੀ ਟੈਸਟਮਨੀ ਸ਼ੇਅਰ ਕੀਤੀ ਸੀ। ਪ੍ਰੋਫਿਟ ਜੀ, ਉਹਨਾਂ ਨੇ ਉਹ ਦੱਸਦੇ ਪਏ ਸੀ ਕਿ ਜਦੋਂ ਮੇਰੇ ਹਸਬੈਂਡ ਦੀ ਕਹਿੰਦੇ ਡੈਥ ਹੋ ਗਈ, ਉਸ ਤੋਂ ਬਾਅਦ ਕਹਿੰਦੇ ਅਸੀਂ ਫਾਈਨੈਂਸ਼ਲੀ ਬਹੁਤ ਟਰਬਲ ਦੇ ਵਿੱਚ ਚਲ ਗਏ ਸੀ। ਫਿਰ ਕਹਿੰਦੇ ਮੈਂ ਚਾਹੁੰਦੀ ਕਿ ਮੈਨੂੰ ਇੱਦਾਂ ਦਾ ਕੋਈ ਵੀ ਕੰਮ ਮਿਲ ਜਾਏ, ਮੈਂ ਆਪਣੇ ਕਰਨ ਲਈ ਤਿਆਰ ਹਾਂ। ਅਤੇ ਨਾ ਪ੍ਰੋਫਿਟ ਜੀ, ਫਿਰ ਨਾ ਉਹਨਾਂ ਨੇ ਨਾ ਵੈਸ਼ਿਆ ਦੇ ਕੰਮ ਕਰਨੇ ਸ਼ੁਰੂ ਕਰਤੇ। ਅਤੇ ਪ੍ਰੋਫਿਟ ਜੀ, ਉਹ ਵੈਸ਼ਿਆ ਦੇ ਕੰਮ ਕਰਦੇ ਸੀ। ਅਤੇ ਪ੍ਰੋਫਿਟ ਜੀ, ਫਿਰ ਤੁਸੀਂ ਜਦੋਂ ਚੌਹਾਨ ਪਿੰਡ ਜਦੋਂ ਤੁਸੀਂ ਆਏ, ਸਾਡੇ ਨਾਨੀ ਘਰ ਤੁਸੀਂ ਵਿਜ਼ਿਟ ਕੀਤਾ, ਅਤੇ ਪ੍ਰੋਫਿਟ ਜੀ ਤੁਸੀਂ ਉਹਨਾਂ ਦੇ ਲੇ ਹੈਂਡ ਪ੍ਰੇਅਰ ਕੀਤੀ। ਫਿਰ ਉਹ ਕਹਿੰਦੇ ਕਿ ਮੈਂ ਜਦੋਂ ਪ੍ਰੋਫਿਟ ਜੀ ਨੇ ਮੇਰੇ 'ਤੇ ਲੇ ਹੈਂਡ ਪ੍ਰੇਅਰ ਕੀਤੀ, ਕਹਿੰਦੇ ਮੇਰੇ ਕੋਲ ਦਮ ਇੱਦਾਂ ਕਿ ਪੂਰੀ ਤਰੀਕੇ ਦੇ ਨਾਲ ਨਾ ਫਰੀ ਹੋ ਗਈਆਂ ਵੈਸ਼ਿਆ ਦੇ ਸਪਿਰਿਟਸ ਮੇਰੀ ਲਾਈਫ 'ਚੋਂ, ਮਤਲਬ ਕਿ ਮੇਰੀ ਲਾਈਫ ਨੂੰ ਛੱਡ ਕੇ ਚਲ ਗਈ ਆ ਪ੍ਰੋਫਿਟ ਜੀ। ਉਸ ਤੋਂ ਬਾਅਦ ਉਹ ਪੂਰੇ ਤਰੀਕੇ ਉਹਨਾਂ ਨੇ ਚੈੱਕ ਕਰਕੇ ਦੇਖਿਆ, ਉਹ ਪੂਰੀ ਤਰੀਕੇ ਦੇ ਨਾਲ ਇਹ ਵੈਸ਼ਿਆ ਦੇ ਕੰਮਾਂ ਤੋਂ ਆਜ਼ਾਦ ਹੋ ਗਿਆ। ਉਹ ਕਹਿੰਦੇ ਆ ਕਿ ਮੈਂ ਥੈਂਕਸ ਕਰਦੀ ਹਾਂ ਪ੍ਰੋਫਿਟ ਜੀ ਦਾ ਅਤੇ ਪਰਮੇਸ਼ਰ ਦਾ, ਜਿਨ੍ਹਾਂ ਨੇ ਮੈਨੂੰ ਵੈਸ਼ਿਆ ਦੇ ਕੰਮਾਂ ਤੋਂ ਆਜ਼ਾਦ ਕੀਤਾ ਅਤੇ ਆਪਣੀ ਮਹਿਮਾ ਦੇ ਕੰਮਾਂ ਲਈ ਮੈਨੂੰ ਪਰਮੇਸ਼ਰ ਨੇ ਚੁਣਿਆ। ਕਹਿੰਦੇ ਕਿ ਹੁਣ ਮੇਰਾ ਸਿਰਫ ਮਨ ਕਰਦਾ ਹੈ ਕਿ ਮੈਂ ਸੇਵਾ ਕਰਾਂ, ਪਰਮੇਸ਼ਰ ਦੇ ਕੰਮਾਂ ਨੂੰ ਕਰਾਂ, ਪਰਮੇਸ਼ਰ ਦੇ ਸੁਸਮਾਚਾਰ ਨੂੰ ਅੱਗੇ ਫੈਲਾਵਾਂ। ਉਹਨਾਂ ਦਾ ਹੋਰ ਕੋਈ ਵੈਸ਼ਿਆਂ ਵਾਲਾ ਮਨ ਨਹੀਂ। ਹੁਣ ਪਰਮੇਸ਼ਰ ਨੇ ਉਹਨਾਂ ਨੂੰ ਪੂਰੀ ਤਰੀਕੇ ਦੇ ਨਾਲ ਹੀਲ ਕਰਦਾ, ਚੇਂਜ ਕਰਦਾ।
ਉਹ ਥੈਂਕਸ ਕਰਦੇ ਆ ਪ੍ਰੋਫਿਟ ਜੀ ਤੁਹਾਡਾ ਅਤੇ ਪਰਮੇਸ਼ਰ ਦਾ ਕਿ ਪਰਮੇਸ਼ਰ ਨੇ ਤੁਹਾਡੇ ਦੁਆਰਾ ਪਰਮੇਸ਼ਰ ਨੇ ਉਹਨਾਂ ਨੂੰ ਐਡੀ ਵੱਡੀ ਅਮੇਜ਼ਿੰਗ ਟੈਸਟਮਨੀ ਦੇ ਨਾਲ ਖੜਿਆ ਕੀਤਾ। ਪ੍ਰੋਫਿਟ ਜੀ ਜੈਮਸੀਕੀ। ਜੈ ਮਸੀਹ ਕੀ ਪ੍ਰੋਫਿਟ ਜੀ ਮੇਰਾ ਡ੍ਰੀਮ ਸੀ। ਮੈਨੂੰ ਇੱਕ ਦਿਨ ਤੁਹਾਡਾ ਡ੍ਰੀਮ ਆਇਆ ਸੀਗਾ। ਉਸ ਡ੍ਰੀਮ ਦੇ ਵਿੱਚ ਉਹ ਈਵਨਿੰਗ ਟਾਈਮ ਦਾ ਡ੍ਰੀਮ ਸੀ। ਈਵਨਿੰਗ ਟਾਈਮ ਸੀ ਅਤੇ ਤੁਸੀਂ ਬਲੈਕ ਸ਼ਰਟ ਪਾਈ ਹੋਈ ਆ। ਬਲੈਕ ਸ਼ਰਟ ਪਾਈ ਹੋਈ ਆ। ਮੈਂ ਤੁਹਾਡੀ ਪੈਂਟ ਨਹੀਂ ਦੇਖੀ ਤੁਸੀਂ ਕਿਹੜੀ ਪਾਈ, ਬਟ ਬਲੈਕ ਸ਼ਰਟ ਪਰਮੇਸ਼ਰ ਨੇ ਮੈਨੂੰ ਦਿਖਾਈ ਆ। ਔਰ ਈਵਨਿੰਗ ਟਾਈਮ ਸੀ। ਜਦੋਂ ਈਵਨਿੰਗ ਟਾਈਮ ਦੇ ਵਿੱਚ ਇੱਕ ਬਹੁਤ ਵੱਡੀ ਗਰਾਊਂਡ ਆ, ਉੱਥੇ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਕਰਾਊਡਨੈਸ ਆ। ਲੇਡੀਜ਼ ਜ਼ਿਆਦਾ ਆ, ਜੈਂਟਸ ਬਹੁਤ ਘੱਟ ਆ। ਔਰ ਤੁਸੀਂ ਪ੍ਰੀਚ ਕਰ ਰਹੇ ਆ ਔਰ ਮੈਂ ਸਭ ਤੋਂ ਅੱਗੇ ਬੈਠੀ ਹੋਈ ਹਾਂ। ਔਰ ਪਰਮੇਸ਼ਰ ਦੇ ਦਾਸ ਚੰਦਨ ਪ੍ਰੋਫਿਟ ਜੀ ਸਪੈਸ਼ਲ ਸਾਰਿਆਂ ਨੂੰ ਟੀਚਿੰਗ ਦੇ ਰਹੇ ਔਰ ਟੀਚਿੰਗ ਦੀ ਬੈਸਟ ਆ। ਉਹ ਡੀਪ ਟੀਚਿੰਗ ਆ ਜਿਹੜੀ ਤੁਸੀਂ ਸਾਰਿਆਂ ਨੂੰ ਦੇ ਰਹੇ ਆ। ਜਿੱਦਾਂ ਅਪੋਸਟਲ ਅੰਕਲ ਨੂਰਲਾ ਜੀ ਡੀਪ ਟੀਚਿੰਗ ਦਿੰਦੇ ਹਰੇਕ ਨੂੰ, ਤੁਸੀਂ ਉਸੇ ਤਰ੍ਹਾਂ ਸੇਮ ਡੀਪ ਟੀਚਿੰਗ ਦੇ ਰਹੇ ਆ ਹਰੇਕ ਨੂੰ। ਔਰ ਇੱਦਾਂ ਦੇ ਤੁਸੀਂ ਉਸ ਦਿਨ ਤੁਸੀਂ ਜਿਹੜੇ ਇੱਦਾਂ ਦੇ ਵਚਨ ਹਰੇਕ ਨੂੰ ਗਾਈਡ ਕੀਤੇ ਕਿ ਸਾਰੇ ਹੀਲ ਹੋਏ, ਸਾਰਿਆਂ ਨੇ ਵਿਸ਼ਵਾਸ ਕੀਤਾ ਪਰਮੇਸ਼ਰ ਦੇ। ਜਿਹੜੇ ਪਹਿਲੀ ਵਾਰ ਲੋਕ ਆਏ ਜਿਨ੍ਹਾਂ ਨੇ ਪ੍ਰਭੂ ਯੀਸ਼ੂ ਮਸੀਹ ਦਾ ਨਾਮ ਤੱਕ ਨਹੀਂ ਕਦੇ ਸੁਣਿਆ ਸੀ, ਉਹਨਾਂ ਨੇ ਸਾਰਾ ਕੁਝ ਉਸ ਦਿਨ ਤੁਹਾਡੇ ਤੋਂ ਸਭ ਕੁਝ ਜਾਣਿਆ ਪ੍ਰੋਫਿਟ ਜੀ। ਔਰ ਪੂਰਾ ਪ੍ਰੋਪਰ ਉਸ ਦਿਨ ਡਿਸਿਪਲਨ ਆ। ਵਲੰਟੀਅਰ ਦਾ ਪੂਰਾ ਡਿਸਿਪਲਨ ਆ। ਬਿਲਕੁਲ ਪੂਰੀ ਟੋਟਲੀ ਸਾਇਲੈਂਟ ਆ ਉਸ ਦਿਨ। ਜਿਸ ਦਿਨ ਮੈਂ ਡ੍ਰੀਮ ਪਰਮੇਸ਼ਰ ਨੇ ਮੈਨੂੰ ਦਿਖਾਇਆ, ਤੁਸੀਂ ਬਲੈਕ ਸ਼ਰਟ ਪਾਈ ਹੋਈ ਹੋ, ਸਾਰਿਆਂ ਨੂੰ ਪ੍ਰੀਚ ਕਰ ਰਹੇ, ਮੈਂ ਸਭ ਤੋਂ ਅੱਗੇ ਬੈਠੀ ਹੋਈ ਹਾਂ ਔਰ ਮੈਂ ਬਹੁਤ ਜ਼ਿਆਦਾ ਹੈਪੀ ਹਾਂ। ਤੁਸੀਂ ਲੇ ਹੈਂਡ ਵੀ ਕਰ ਰਹੇ ਆ ਔਰ ਜਿਨ੍ਹਾਂ 'ਤੇ ਤੁਸੀਂ ਲੇ ਹੈਂਡ ਕੀਤਾ ਉਹ ਸਾਰੇ ਹੀਲਡ ਹੋਏ ਆ। ਸਾਰੇ ਪਰਮੇਸ਼ਵਰ ਦੇ ਨਾਮ ਦੇ ਵਿੱਚ ਬਲੈਸ ਹੋਏ ਆ। ਔਰ ਮੇਰੇ 'ਤੇ ਲੇ ਹੈਂਡ ਨਹੀਂ ਹੋਇਆ, ਬਟ ਮੈਂ ਤੁਹਾਨੂੰ ਦੇਖ ਰਹੀ ਹਾਂ। ਤੁਸੀਂ ਵੀ ਮੈਨੂੰ ਦੇਖ ਕੇ ਖੁਸ਼ ਹੁੰਦੇ, ਮੈਂ ਵੀ ਦੇਖ ਕੇ ਖੁਸ਼ ਹਾਂ। ਬਲਕਿ ਸਾਰੀ ਕਲੀਸਿਆ ਅਸੀਂ ਬਹੁਤ ਜ਼ਿਆਦਾ ਹੈਪੀ ਆ। ਔਰ ਪਰਮੇਸ਼ਵਰ ਨੇ ਉਹ ਜਿਹੜਾ ਵਿਜ਼ਨ ਦਿਖਾਇਆ ਉਹ ਮੇਰੇ ਲਈ ਬੈਸਟ ਵਿਜ਼ਨ ਸੀ। ਔਰ ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ, ਪ੍ਰਭੂ ਜੀ ਤੁਸੀਂ ਉਹ ਵਿਜ਼ਨ ਮੈਨੂੰ ਦਿਖਾਇਆ। ਪ੍ਰਭੂ ਦੇ ਦਾਸ ਦਾ ਮੈਨੂੰ ਵਿਜ਼ਨ ਦਿਖਾਇਆ ਔਰ ਪਰਮੇਸ਼ਰ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ। ਪ੍ਰੋਫਿਟ ਜੀ ਤੁਹਾਡਾ ਵੀ ਬਹੁਤ ਜ਼ਿਆਦਾ ਥੈਂਕਸ ਕਿ ਤੁਸੀਂ ਉਸ ਦਿਨ ਮੇਰੇ ਡ੍ਰੀਮਸ ਦੇ ਵਿੱਚ ਆਏ। ਪ੍ਰਭੂ ਦਾ ਬਹੁਤ ਜ਼ਿਆਦਾ ਧੰਨਵਾਦ। ਥੈਂਕ ਯੂ ਜੀਸਸ। ਤੁਹਾਨੂੰ ਆਪਣਾ ਇਹ ਮਤਲਬ ਕਿ ਵਿਜ਼ਨ ਆਇਆ ਸੀ ਮੈਨੂੰ। ਅਸੀਂ ਨਾ ਗੁਰਦਾਸਪੁਰ ਕਰੂਸੇਡ 'ਚ ਗਏ ਸੀ ਅਤੇ ਪ੍ਰੋਫਿਟ ਜੀ ਉੱਥੇ ਨਾ ਮੈਂ ਵਰਸ਼ਿਪ ਕਰਦੀ ਪਈ ਅਤੇ ਮੈਂ ਨਾ ਆਤਮਾ 'ਚ ਭਰੀ ਅਤੇ ਨਾ ਪ੍ਰੋਫਿਟ ਜੀ ਮੈਨੂੰ ਨਾ ਵਿਜ਼ਨ ਆਇਆ ਕਿ ਤੁਸੀਂ ਨਾ ਮਤਲਬ ਕਿ ਇੱਕ ਪਲੇਸ ਦੇ ਉੱਪਰ ਖੜ੍ਹੇ ਹੋ ਅਤੇ ਤੁਹਾਡੇ ਅੱਗੇ ਪਿੱਛੇ ਨਾ ਅੱਗ ਦੇ ਗੋਲੇ ਜਿੱਦਾਂ ਮਤਲਬ ਕਿ ਅੱਗ ਬਲਦੀ ਹੈ ਅਤੇ ਜਿੱਦਾਂ ਧੂੰਆਂ ਜਿਹਾ ਨਹੀਂ ਨਿਕਲਦਾ ਅਤੇ ਉੱਦਾਂ ਪ੍ਰੋਫਿਟ ਜੀ ਮਤਲਬ ਕਿ ਤੁਹਾਡੇ ਅੱਗੇ ਪਿੱਛੇ ਸੀ ਅਤੇ ਤੁਸੀਂ ਬੜੇ ਮੱਸੇ ਦੇ ਵਿੱਚ ਤੁਹਾਡੇ ਫੇਸ 'ਤੇ ਰੈਡਨੈਸ ਹੀ ਪੂਰੀ ਅਤੇ ਬੜਾ ਗ੍ਰੇਸ ਵਾਲਾ ਫੇਸ ਸੀ ਤੁਹਾਡਾ। ਅਤੇ ਸੇਮ ਪ੍ਰੋਫਿਟ ਜੀ ਮੈਂ ਕੱਲ੍ਹ ਮੋਰਨਿੰਗ ਪ੍ਰੇਅਰ ਦੇ ਵਿੱਚ ਸੀ, ਬੜੇ ਹੋਲੀ ਸਪਿਰਿਟ ਦੇ ਨਾਲ ਮੈਂ ਭਰੀ ਸੀ ਅਤੇ ਸੇਮ ਮੈਨੂੰ ਫਿਰ ਉਹੀ ਵਿਜ਼ਨ ਆਇਆ ਕੱਲ੍ਹ ਮੋਰਨਿੰਗ ਵੀ। ਸੀ ਕਿ ਪ੍ਰੋਫਿਟ ਜੀ ਇਹ ਗਵਾਹੀ ਮੇਰੀ ਸਿਸਟਰ ਦੀ ਹੈ। ਮੇਰੀ ਸਿਸਟਰ ਹੈਂਡੀਕੈਪਡ ਹੈ ਅਤੇ ਉਹਦੇ ਵਿੱਚ ਜਿਹੜੇ ਵਾਈਟ ਬਲੱਡ ਸੈੱਲ ਸੀਗੇ ਉਹ 5 ਗੁਣਾ ਜ਼ਿਆਦਾ ਇਨਫੈਕਸ਼ਨ ਹੋ ਗਈ ਸੀ। ਮਤਲਬ ਨੋਰਮਲ ਜਿਹੜੇ ਹੁੰਦੇ ਹੈ ਉਹ 4000 ਤੋਂ ਲੈ ਕੇ 10000 ਤੱਕ ਬੋਡੀ ਵਿੱਚ ਚਾਹੀਦੇ ਹੁੰਦੇ ਹੈ ਅਤੇ ਮੇਰੀ ਸਿਸਟਰ ਦੇ ਵਿੱਚ ਨਾ 50000 ਤੱਕ ਹੋ ਗਏ ਸੀਗੇ। ਅਤੇ ਡਾਕਟਰ ਨੇ ਜਵਾਬ ਦੇ ਦਿੱਤਾ ਸੀ ਕਿਉਂਕਿ ਉਹਦੇ ਵਿੱਚ ਜਿਹੜਾ ਬਲੱਡ ਸੀਗਾ ਉਹ ਵੀ 6 ਗ੍ਰਾਮ ਰਹਿ ਗਿਆ ਸੀਗਾ। ਅਤੇ ਇੱਕ ਮਤਲਬ ਸਾਰੇ ਪਾਸੇ ਉਹਨਾਂ ਨੇ ਜਵਾਬ ਦੇ ਦਿੱਤਾ ਸੀ। ਸਾਡੇ ਤੋਂ ਕੰਸੈਂਟ ਫੋਰਮ 'ਤੇ ਸਾਈਨ ਲੈ ਲਏ ਸੀਗੇ ਕਿ ਇਹਦਾ ਮਤਲਬ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ। ਅਤੇ ਜਦੋਂ ਮੈਂ ਤੁਹਾਡੇ ਤੋਂ ਪ੍ਰਾਰਥਨਾ ਕਰਵਾਈ ਅਤੇ ਨੈਕਸਟ ਡੇ ਮਤਲਬ ਜਿਹੜੇ ਵਾਈਟ ਬਲੱਡ ਸੈੱਲ ਹੁੰਦੇ ਆ ਉਹ ਜਲਦੀ ਡਿਕਰੀਜ਼ ਨਹੀਂ ਹੁੰਦੇ। ਮਤਲਬ ਉਹ ਵੀ ਜੇ ਇੰਨੀ ਹਾਈ ਰੇਂਜ ਹੋਵੇ 50000 ਤੱਕ ਤਾਂ ਬਿਲਕੁਲ ਵੀ ਠੀਕ ਨਹੀਂ ਹੁੰਦੇ। ਮਤਲਬ ਇਹਨੂੰ ਠੀਕ ਹੋਣ ਨੂੰ 15 ਦਿਨ ਤੱਕ ਲੱਗ ਜਾਂਦੇ ਆ, ਉਹ ਵੀ ਕੋਈ ਚਾਂਸ ਨਹੀਂ ਹੁੰਦੇ ਕਿਉਂਕਿ ਇਹਦਾ ਬਲੱਡ ਆਲਰੇਡੀ ਬੜਾ ਘੱਟ ਸੀਗਾ। ਅਤੇ ਜਿੱਦਾਂ ਹੀ ਪ੍ਰਾਰਥਨਾ ਕਰਾਈ ਅਤੇ ਨੈਕਸਟ ਡੇ ਮਤਲਬ ਇੱਕ ਦਿਨ ਛੱਡ ਕੇ ਫਿਰ ਤੋਂ ਚੈੱਕ ਹੋਏ ਤਾਂ 25000 ਤੱਕ ਰਹਿ ਗਏ ਜਿਹੜੇ ਵਾਈਟ ਬਲੱਡ ਸੈੱਲ ਸੀ। 50000 ਤੋਂ 25000 ਤੱਕ। ਫਿਰ ਜਦੋਂ ਅਸੀਂ ਦੂਜੀ ਵਾਰ ਟੈਸਟ ਕਰਾਏ ਤਾਂ ਜਿੰਨੀ ਲਿਮਿਟ ਹੁੰਦੀ ਹੈ ਮਤਲਬ 4000 ਤੋਂ 10000 ਤੱਕ ਨੋਰਮਲ ਸੀ ਅਤੇ ਇਹਦੀ ਰਿਪੋਰਟ ਦੇ ਵਿੱਚ 8000 ਤੱਕ ਆਏ ਹੈ। ਮਤਲਬ ਸਾਨੂੰ ਡਾਕਟਰ ਨੇ ਛੁੱਟੀ ਵੀ ਦੇ ਦਿੱਤੀ ਅਤੇ ਡਾਕਟਰ ਖੁਦ ਇੰਨਾ ਹੈਰਾਨ ਹੈ ਕਿ ਇਹ ਇੰਨੀ ਜਲਦੀ ਰਿਕਵਰ ਕਿਵੇਂ ਹੋ ਗਈ ਹੈ। ਅਤੇ ਇਹਦੇ ਜਿਹੜਾ ਬਲੱਡ ਸੀਗਾ ਉਹ ਵੀ 8 ਗ੍ਰਾਮ ਹੋ ਗਿਆ, 8.2 ਗ੍ਰਾਮ ਹੋ ਗਿਆ।